ਗੁਰੂ ਨਾਨਕ, ਭਾਈ ਮਰਦਾਨਾ ਤੇ ਅਜੋਕਾ ਸੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸੱਚੇ ਰਹਿਬਰ ਹੋਏ ਹਨ। ਮੁਸਲਮਾਨ ਉਹਨਾਂ ਨੂੰ ਆਪਣਾ ਪੀਰ ਸਮਝਦੇ ਹਨ ਅਤੇ ਉਹਨਾਂ ਨੂੰ ਬਾਬਾ ਨਾਨਕ ਜੀ ਦੇ ਨਾਂ ਨਾਲ ਯਾਦ ਕਰਦੇ ਹਨ। ਆਪਣੇ ਜੀਵਨ ਦੀਆਂ 4 ਮਹਾਨ ਇਤਿਹਾਸਕ ਉਦਾਸੀਆਂ ਦੌਰਾਨ ਉਹਨਾਂ ਨੇ ਲਗਭਗ 40,000 ਮੀਲ ਦਾ ਸਫ਼ਰ ਤੈਅ ਕਰਕੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਅਤੇ ਕਈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ। ਗੁਰੂ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਦਾ ਸੇਵਕ ਕਿਹਾ ਹੈ। ਇੱਥੋਂ ਤੀਕ ਕਿ ਉਹ ਤਾਂ ਆਪਣੇ ਆਪ ਨੂੰ ਨੀਚ ਅਤੇ ਅਤਿ ਨੀਚ ਵੀ ਕਹਿੰਦੇ ਹਨ ਅਤੇ ਮਨੁੱਖਾਂ ਨੂੰ ਵੱਡਿਆਂ ਦੀ ਰੀਸ ਕਰਨ ਤੋਂ ਮਨ੍ਹਾ ਕਰਦੇ ਹਨ। ਉਹ ਹੱਥੀਂ ਮਿਹਨਤ ਮੁਸ਼ੱਕਤ ਕਰਨ ਵਾਲੇ ਭਾਈ ਲਾਲੋ ਕੀਰਤੀ ਦੇ ਘਰ ਜਾ ਕੇ ਕਈ ਦਿਨ ਰਹਿੰਦੇ ਸਨ ਅਤੇ ਉਸ ਦੀ ਸੱਚੀ ਸੁੱਚੀ ਕੀਰਤ ਨਾਲ ਕਮਾਈ ਹੋਈ ਕੋਦਰੇ ਦੀ ਰੋਟੀ ਖਾਂਦੇ ਸਨ। ਇਸ ਦੇ ਨਾਲ ਹੀ ਉਹ ਮਲਿਕ ਭਾਗੋ ਦੇ ਖੀਰ ਪੂੜਿਆਂ ਨੂੰ ਨਕਾਰਦਿਆਂ ਹੋਇਆਂ ਉਸ ਦੇ ਭੋਜਨ ਨੂੰ ਲੋਕਾਂ ਦੇ ਲਹੂ ਤੋਂ ਬਣਿਆ ਹੋਇਆ ਕਰਾਰ ਦਿੰਦੇ ਹਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤਿ ਨੀਚ। ਨਾਨਕ ਤਿਨਕੇ ਸੰਗ ਸਾਥ, ਵੱਡਿਆ ਸੀ ਕੇ ਰੀਸ। ਜਿੱਥੇ ਨੀਚ ਸੰਮਾਲੀਅਨ, ਤਿੱਥੇ ਨਦਰ ਤੇਰੀ ਬਖਸ਼ੀਸ। ਬਾਬਾ ਮਰਦਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲੋਂ 10 ਸਾਲ ਵੱਡਾ ਸੀ ਅਤੇ ਉਹ ਲਗਭਗ 40 ਸਾਲ ਬਾਬਾ ਨਾਨਕ ਜੀ ਨਾਲ ਰਿਹਾ। ਬਾਬਾ ਨਾਨਕ ਜੀ ਵੀ ਉਸ ਨੂੰ ਆਪਣਾ ਅਤਿ ਨੇੜਲਾ ਸਾਥੀ ਅਤੇ ਵੱਡਾ ਭਰਾ ਸਮਝਦੇ ਸਨ। ਆਪਣੀਆਂ 4 ਮਹਾਨ ਉਦਾਸੀਆਂ ਦੌਰਾਨ ਉਹ ਦੋਵੇਂ ਇਕੱਠੇ ਸਫ਼ਰ ਕਰਦੇ ਰਹੇ। ਨਨਕਾਣੇ ਤੋਂ ਲੈ ਕੇ ਉਹ ਜਿੱਥੇ ਵੀ ਗਏ ਇਕੱਠੇ ਗਏ। ਉਹ ਨਾ ਕੇਵਲ ਪੂਰੇ ਹਿੰਦੁਸਤਾਨ ਵਿੱਚ ਹੀ ਗਏ ਸਗੋਂ ਕਈ ਬਾਹਰਲੇ ਮੁਲਕਾਂ ਜਿਵੇਂ ਚੀਨ, ਨੇਪਾਲ, ਅਫ਼ਗਾਨਿਸਤਾਨ ਅਤੇ ਕਈ ਸ਼ਹਿਰਾਂ ਤਾਸ਼ਕੰਦ, ਬਗਦਾਦ, ਮੱਕਾ, ਮਦੀਨਾ ਵਗੈਰਾ ਵੀ ਗਏ। ਇਹ ਗੱਲ ਸੋਚਣ ਵਾਲੀ ਹੈ ਕਿ ਇੰਨਾ ਲੰਬਾ ਅਰਸਾ ਉਹਨਾਂ ਨੇ ਇਕੱਠਿਆਂ ਸਫ਼ਰ ਕੀਤਾ ਅਤੇ ਜੰਗਲਾਂ, ਵੀਰਾਨਿਆਂ ਅਤੇ ਰੇਗਿਸਤਾਨ ਵਿੱਚ ਵੀ ਗਏ। ਇਸ ਦੌਰਾਨ ਉਹਨਾਂ ਕਈ ਦਰਿਆ, ਨਦੀਆਂ ਤੇ ਨਾਲੇ ਵੀ ਲੰਘੇ ਹੋਣਗੇ। ਜ਼ਾਹਿਰ ਹੈ ਕਿ ਉਹਨਾਂ ਦਾ ਸਫ਼ਰ ਕੋਈ ਦਿਨਾਂ ਜਾਂ ਮਹੀਨਿਆਂ ਦਾ ਨਹੀਂ ਸਗੋਂ ਇਹ ਤਾਂ ਕਈ ਸਾਲਾਂ ਦਾ ਸੀ। ਕਿਤੇ ਜਾਂਦਿਆਂ ਉਹਨਾਂ ਨੂੰ 2 ਮਹੀਨੇ, ਕਿਤੇ 4, 6 ਮਹੀਨੇ ਜਾਂ ਸਾਲ ਵੀ ਲੱਗਦੇ ਹੋਣਗੇ। ਰੋਟੀ ਤਾਂ ਉਹ ਖਾਂਦੇ ਹੀ ਸਨ ਤੇ ਫਿਰ ਇਹ ਰੋਟੀ ਪਕਾਉਂਦਾ ਕੌਣ ਸੀ? ਜਦੋਂ ਉਹ ਪਰਦੇਸਾਂ ਵਿੱਚ ਗਏ ਹੋਣਗੇ ਤਾਂ ਨਾ ਤਾਂ ਉੱਥੇ ਉਹਨਾਂ ਦੇ ਕੋਈ ਰਿਸ਼ਤੇਦਾਰ ਹੀ ਸਨ ਅਤੇ ਨਾ ਹੀ ਉੱਥੇ ਕੋਈ ਚਾਚੀ, ਤਾਈ ਜਾਂ ਮਾਸੀ ਬੈਠੀ ਸੀ ਜੋ ਉਹਨਾਂ ਨੂੰ ਪਕਾ ਕੇ ਖਵਾਉਂਦੀ ਰਹੀ ਹੋਵੇਗੀ। ਜ਼ਾਹਿਰ ਹੈ ਕਿ ਰੋਟੀ ਦਾ ਬੰਦੋਬਸਤ ਤਾਂ ਉਹ ਦੋਵੇਂ ਆਪ ਹੀ ਕਰਦੇ ਹੋਣਗੇ। ਬਿਲਕੁਲ ਸਿੱਧੀ ਸਾਦੀ ਗੱਲ ਇਹ ਕਿ ਰੋਟੀ ਬਾਬਾ ਮਰਦਾਨਾ ਹੀ ਪਕਾਉਂਦਾ ਹੋਵੇਗਾ ਤੇ ਬਾਬਾ ਨਾਨਕ ਜੀ ਇਸ ਵਿੱਚ
ਉਸ ਦੀ ਮਦਦ ਕਰਦੇ ਹੋਣਗੇ, ਜਾਂ ਫਿਰ ਉਹ ਦੋਵੇਂ ਮਿਲ ਕੇ ਪਕਾਉਂਦੇ ਤੇ ਖਾਂਦੇ ਹੋਣਗੇ। ਪਰ ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਬਾਬਾ ਮਰਦਾਨਾ ਕੋਈ ਮਸ਼ੀਨ ਜਾਂ ਕੰਪਿਊਟਰ ਨਹੀਂ ਸੀ ਅਤੇ ਉਹ ਕਦੇ ਬਿਮਾਰ ਸ਼ਮਾਰ ਵੀ ਹੋ ਜਾਂਦਾ ਹੋਵੇਗਾ। ਦੋਵਾਂ ਵਿੱਚੋਂ ਕੋਈ ਵੀ ਕਿਸੇ ਵੇਲੇ ਵੀ ਬਿਮਾਰ ਹੋ ਸਕਦਾ ਹੈ। ਫਿਰ ਰੋਟੀ ਕੌਣ ਪਕਾਉਂਦਾ ਹੋਵੇਗਾ? ਜ਼ਾਹਿਰ ਹੈ ਕਿ ਭਾਈ ਮਰਦਾਨੇ ਦੇ ਢਿੱਲੇ ਮੱਠੇ ਹੋ ਜਾਣ ਤੇ ਬਾਬਾ ਨਾਨਕ ਜੀ ਰੋਟੀ ਆਪ ਹੀ ਪਕਾਉਂਦੇ ਹੋਣਗੇ ਅਤੇ ਆਪਣੇ ਸਾਥੀ ਮਰਦਾਨੇ ਨੂੰ ਪਕਾ ਕੇ ਵੀ ਖਵਾਉਂਦੇ ਹੋਣਗੇ। ਬਿਮਾਰੀ ਦੀ ਹਾਲਤ ਵਿੱਚ ਉਹ ਭਾਈ ਮਰਦਾਨੇ ਦੀ ਦੇਖਭਾਲ ਵੀ ਕਰਦੇ ਹੋਣਗੇ। ਉਹਨਾਂ ਦੇ ਖਾਣ ਪਕਾਉਣ ਦੇ ਬਰਤਨ ਵੀ ਸਾਂਝੇ ਹੀ ਹੋਣਗੇ। ਮੇਰਾ ਇੱਥੇ ਇਹ ਕਹਿਣ ਦਾ ਭਾਵ ਹੈ ਕਿ ਉਹ ਦੋਵੇਂ ਮਿਲ ਜੁਲ ਕੇ ਗੁਜ਼ਾਰਾ ਕਰਦੇ ਹੋਣਗੇ। ਜਦੋਂ ਸਿੱਖ ਧਰਮ ਦੇ ਬਾਣੀ ਬਾਬਾ ਨਾਨਕ ਜੀ ਇੱਕ ਮੁਸਲਮਾਨ ਨਾਲ ਬਹਿ ਕੇ ਰੋਟੀ ਖਾ ਪਕਾ ਸਕਦੇ ਹਨ, ਕਿ ਉਹ ਇੱਕ ਦੂਸਰੇ ਦੇ ਕੱਪੜੇ ਵੀ ਵਰਤਦੇ ਹੋਣ, ਕਿਉਂਕਿ ਕੱਪੜੇ ਉਹਨਾਂ ਦਿਨਾਂ ਵਿੱਚ ਜ਼ਿਆਦਾ ਨਹੀਂ ਸਨ ਹੁੰਦੇ ਅਤੇ ਆਪਣੀਆਂ ਉਦਾਸੀਆਂ ਦੌਰਾਨ ਉਹ ਲੰਬੇ ਸਫ਼ਰ ਵਿੱਚ ਆਪਣੇ ਨਾਲ ਲਿਜਾ ਵੀ ਕਿੰਨੇ ਕੁ ਸਕਦੇ ਸਨ। ਹੁਣ ਜੇਕਰ ਦੋਨਾਂ ਦਾ ਖਾਣ ਪੀਣ ਤੇ ਹੰਢਾਉਣ ਸਾਂਝਾ ਸੀ, ਤਾਂ ਸਿੱਖ ਧਰਮ ਵਿੱਚ ਇਹ ਗੱਲ ਕਿੱਥੋਂ ਆ ਗਈ ਕਿ ਸਿੱਖਾਂ ਨੇ ਬਾਅਦ ਵਿੱਚ ਮੁਸਲਮਾਨਾਂ ਨਾਲ ਰੋਟੀ ਖਾਣਾ ਪੀਣਾ ਛੱਡ ਦਿੱਤਾ। ਵਿਆਹਾਂ ਸ਼ਾਦੀਆਂ ਵਿੱਚ ਮੈਨੂੰ ਪੱਕਾ ਪਤਾ ਹੈ ਅਤੇ ਸਾਡੇ ਬਜ਼ੁਰਗ ਵੀ ਇਹ ਦੱਸਿਆ ਕਰਦੇ ਸਨ ਕਿ ਸਿੱਖ ਜਾਂ ਮੁਸਲਮਾਨ ਜਦੋਂ ਜੰਝੇ ਜਾਂਦੇ ਸਨ, ਤਾਂ ਮੁਸਲਮਾਨਾਂ ਵੱਲੋਂ ਇਹ ਪਹਿਲਾ ਹੁਕਮ ਹੁੰਦਾ ਸੀ ਕਿ ਸਿੱਖਾਂ ਲਈ ਵੱਖਰੀ ਰੋਟੀ ਬਣਾਈ ਜਾਵੇ ਅਤੇ ਸਿੱਖ ਵੀ ਕਹਿੰਦੇ ਸਨ ਕਿ ਮੁਸਲਮਾਨਾਂ ਲਈ ਵੱਖਰੀ ਰੋਟੀ ਬਣਾਈ ਜਾਵੇ। ਵਿਆਹਾਂ ਵਿੱਚ ਖਾਣੇ ਦਾ ਜੇਕਰ ਲੈਣ ਦੇਣ ਵੀ ਹੁੰਦਾ ਸੀ, ਤਾਂ ਉਹ ਇੱਕ ਦੂਜੇ ਨੂੰ ਕੱਚੀ ਰੋਟੀ ਦਿੰਦੇ ਸਨ। ਇਹ ਸਾਫ਼ ਜ਼ਾਹਿਰ ਹੈ ਕਿ ਛੂਤ ਛਾਤ ਦਾ ਇਹ ਦੌਰ ਮਨੂਵਾਦ ਤੋਂ ਸ਼ੁਰੂ ਹੋਇਆ। ਮਨੂਵਾਦੀਆਂ ਨੇ ਮੁਸਲਮਾਨਾਂ ਨੂੰ ਨੀਚ ਕਰਾਰ ਦਿੱਤਾ ਅਤੇ ਉਹ ਇਹਨਾਂ ਨੂੰ ਹੱਥ ਲਾਉਣਾ ਵੀ ਪਸੰਦ ਨਹੀਂ ਸਨ ਕਰਦੇ। ਮੁਸਲਮਾਨ ਉਹਨਾਂ ਦੇ ਨਾਲ ਖਾਣਾ ਪੀਣਾ ਦਾ ਕੀ, ਉਹਨਾਂ ਦੇ ਚੌਂਕੇ ਤੇ ਵੀ ਨਹੀਂ ਸਨ ਚੜ੍ਹ ਸਕਦੇ। ਸਾਡੇ ਬਜ਼ੁਰਗ ਸਾਨੂੰ ਦੱਸਿਆ ਕਰਦੇ ਸਨ ਕਿ ਜਦੋਂ ਕਦੇ ਉਹ ਸ਼ਹਿਰ ਜਾਂਦੇ ਸਨ ਅਤੇ ਉੱਥੇ ਉਹਨਾਂ ਨੂੰ ਜਦੋਂ ਪਿਆਸ ਲੱਗਦੀ ਸੀ, ਤਾਂ ਹਲਵਾਈਆਂ ਦੀ ਦੁਕਾਨਾਂ 'ਤੇ ਜੋ ਮਨੂਵਾਦੀ ਲੋਕ ਬੈਠੇ ਹੁੰਦੇ ਸਨ ਅਤੇ ਜੇਕਰ ਉਹਨਾਂ ਕੋਲੋਂ ਪਾਣੀ ਜਾਂ ਲੱਸੀ ਮੰਗ ਲੈਣੀ, ਤਾਂ ਉਹ ਇਸ ਨੂੰ ਇੱਕ ਲੋਹੇ ਦੀ ਲੰਬੀ ਨਾਲ ਦੇ ਜ਼ਰੀਏ ਇੱਕ ਕੀਪ ਰਾਹੀਂ ਮੁਸਲਮਾਨਾਂ ਦੇ ਬਰਤਨ ਵਿੱਚ ਪਾ ਦਿੰਦੇ ਸਨ, ਜਾਣੀ ਕਿ ਉਹ ਮੁਸਲਮਾਨਾਂ ਦੇ ਬਰਤਨ ਨੂੰ ਹੱਥ ਵੀ ਨਹੀਂ ਸਨ ਲਗਾਉਂਦੇ। ਜੇਕਰ ਭੁੱਲੇ ਚੁੱਕੇ ਕਿਧਰੇ ਮੁਸਲਮਾਨ ਦਾ ਹੱਥ ਲੱਗ ਵੀ ਜਾਣਾ, ਤਾਂ ਉਹਨਾਂ ਨੇ ਆਪਣੇ ਹੱਥ ਕਈ ਵਾਰ ਧੋਣੇ। ਛੂਤ ਛਾਤ ਦੀ ਇਹ ਬਿਮਾਰੀ ਮਨੂਵਾਦੀਆਂ ਵੱਲੋਂ ਹੀ ਸਿੱਖਾਂ ਵਿੱਚ ਆਈ। ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਨਾਨਕ ਜੀ ਨੇ ਇੰਜ ਨਹੀਂ ਸੀ ਕੀਤਾ, ਫਿਰ ਇਹ ਕੰਮ ਕਦੋਂ ਤੋਂ ਸ਼ੁਰੂ ਹੋਇਆ? ਇਸ ਬਾਰੇ ਨਿਸ਼ਚਿਤ ਤੌਰ ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਬੇਸ਼ੱਕ ਅੱਜ ਕੱਲ੍ਹ ਅਜਿਹੀ ਕੋਈ ਗੱਲ ਨਹੀਂ ਹੈ, ਪਰ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਇੰਜ ਹੁੰਦਾ ਰਿਹਾ ਹੈ।
ਇਸ ਦੀਆਂ ਬੇਸ਼ੁਮਾਰ ਮਿਸਾਲਾਂ ਮਿਲਦੀਆਂ ਹਨ। YouTube ਉੱਪਰ ਅਜਿਹੀਆਂ ਕਈ ਪੋਸਟਾਂ ਮੌਜੂਦ ਹਨ। ਚਲੋ, ਇਹ ਗੱਲ ਤਾਂ ਬਾਬਾ ਨਾਨਕ ਜੀ ਤੇ ਮਰਦਾਨੇ ਦੀ ਹੋਈ। ਅੱਗੇ ਵੇਖੋ, ਹੋਰ ਵੀ ਕਈ ਸਬਕ ਮਿਲਦੇ ਹਨ, ਪਰ ਕੋਈ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਮੁਸਲਮਾਨ ਨਾਲ ਖਾਧਾ ਪੀਤਾ ਨਹੀਂ ਜਾ ਸਕਦਾ, ਤਾਂ ਇਹ ਦੱਸੋ ਕਿ ਜਦੋਂ ਬਾਬਾ ਨਾਨਕ ਜੀ ਪਾਕਪਟਨ ਗਏ ਅਤੇ ਉੱਥੇ ਜਾ ਕੇ ਬਾਬਾ ਫਰੀਦ ਜੀ ਦੀ ਸ਼ਾਇਰੀ ਲਿਆਏ, ਤਾਂ ਉਹ ਉੱਥੇ ਰਾਤ ਤਾਂ ਰਹੇ ਹੀ ਹੋਣਗੇ ਅਤੇ ਉੱਥੇ ਮੁਸਲਮਾਨਾਂ ਕੋਲੋਂ ਰੋਟੀ ਪਾਣੀ ਵੀ ਛਕਿਆ ਹੋਵੇਗਾ। ਮੇਰਾ ਇੱਕ ਦੋਸਤ ਬਾਬਾ ਨਾਨਕ ਜੀ ਦੀਆਂ ਉਦਾਸੀਆਂ ਬਾਰੇ ਇੱਕ ਕਿਤਾਬ ਲਿਖ ਰਿਹਾ ਹੈ। ਉਹ ਦੱਸਦਾ ਹੈ ਕਿ ਬਾਬਾ ਨਾਨਕ ਜੀ ਜਦੋਂ ਸਫ਼ਰ ਕਰਦੇ ਸਨ ਤਾਂ ਉਹ ਅਕਸਰ ਮੁਸਲਮਾਨ ਫਕੀਰਾਂ ਦੇ ਦਰਵੇਸ਼ਾਂ ਦੇ ਘਰਾਂ ਵਿੱਚ ਰਹਿੰਦੇ ਸਨ। ਉਦੋਂ ਗੁਰਦੁਆਰੇ ਜਾਂ ਧਰਮਸ਼ਾਲਾਵਾਂ ਤਾਂ ਹੁੰਦੀਆਂ ਹੀ ਨਹੀਂ ਸਨ। ਉਹ ਹੋਰ ਕਿਤੇ ਪਾਸੇ ਨਹੀਂ ਸਨ ਜਾਂਦੇ ਅਤੇ ਆਪਣਾ ਰਹਿਣ ਬਸੇਰਾ ਫਕੀਰਾਂ ਤੇ ਦਰਵੇਸ਼ਾਂ ਕੋਲ ਹੀ ਕਰਿਆ ਕਰਦੇ ਸਨ। ਸੋ ਜ਼ਾਹਿਰ ਹੈ ਕਿ ਉਹ ਰੋਟੀ ਵੀ ਉਹਨਾਂ ਦੀ ਪੱਕੀ ਹੋਈ ਖਾਂਦੇ ਹੋਣਗੇ। ਚਲੋ, ਇਸ ਤੋਂ ਇੱਕ ਕਦਮ ਹੋਰ ਅੱਗੇ ਵਧਦੇ ਹਾਂ। ਇਤਿਹਾਸਕ ਸੱਚਾਈ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਾਈਂ ਮੀਆਂ ਮੀਰ ਜੀ ਕੋਲ ਰਖਵਾਈ ਅਤੇ ਇਸ ਲਈ ਉਹਨਾਂ ਨੇ ਆਪਣੇ ਸਿੱਖਾਂ ਨੂੰ ਉਚੇਚਾ ਲਾਹੌਰ ਭੇਜਿਆ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਉਹਨਾਂ ਨੇ ਸਾਈਂ ਜੀ ਨੂੰ ਬੜੇ ਸਤਿਕਾਰ ਨਾਲ ਡੋਲੇ ਵਿੱਚ ਪਾ ਕੇ ਜਾਂ ਮੰਜੀ 'ਤੇ ਬਿਠਾ ਕੇ ਅੰਮ੍ਰਿਤਸਰ ਲਿਆਂਦਾ ਸੀ। ਜੇਕਰ ਡੋਲੇ ਜਾਂ ਮੰਜੀ ਵਾਲੀ ਗੱਲ ਨਾ ਵੀ ਮੰਨਣ ਵਿੱਚ ਆਵੇ, ਤਾਂ ਉਹ ਉਹਨਾਂ ਨੂੰ ਘੱਟੋ ਘੱਟ ਘੋੜੇ 'ਤੇ ਜ਼ਰੂਰ ਬਿਠਾ ਕੇ ਲਿਆਏ ਹੋਣਗੇ, ਕਿਉਂਕਿ ਘੋੜ ਸਵਾਰੀ ਹੀ ਉਦੋਂ ਆਵਾਜਾਈ ਦਾ ਆਮ ਸਾਧਨ ਸੀ। ਜਦੋਂ ਅੰਮ੍ਰਿਤਸਰ ਆ ਕੇ ਸਾਈਂ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇਗੀ, ਤਾਂ ਉਹ ਉਸੇ ਦਿਨ ਵਾਪਸ ਲਾਹੌਰ ਤਾਂ ਨਹੀਂ ਚਲੇ ਗਏ ਹੋਣਗੇ। ਉਹ ਜ਼ਰੂਰ ਕੁਝ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਠਹਿਰੇ ਹੋਣਗੇ ਅਤੇ ਉਹਨਾਂ ਦੇ ਮਹਿਮਾਨ ਬਣੇ ਹੋਣਗੇ। ਉਹਨਾਂ ਉੱਥੇ ਹੀ ਓਨੇ ਦਿਨ ਖਾਧਾ ਪੀਤਾ ਹੋਵੇਗਾ। ਜੇਕਰ ਸਾਈਂ ਮੀਆਂ ਮੀਰ ਜੀ ਮੁਸਲਿਮ ਹੁੰਦਿਆਂ ਹੋਇਆਂ ਇੰਨੇ ਹੀ ਪਲੀਤ ਸਨ, ਤਾਂ ਉਹਨਾਂ ਕੋਲੋਂ ਏਡੇ ਵੱਡੇ ਧਾਰਮਿਕ ਸਥਾਨ, ਜਿਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਕਿਹਾ ਜਾਂਦਾ ਹੈ, ਦੀ ਨੀਂਹ ਕਿਉਂ ਰਖਵਾਈ ਗਈ? ਇਹ ਉਸ ਸਮੇਂ ਦੇ ਕਿਸੇ ਹੋਰ ਵੱਡੇ ਧਾਰਮਿਕ ਆਗੂ ਕੋਲੋਂ ਵੀ ਰਖਵਾਈ ਜਾ ਸਕਦੀ ਸੀ। ਇੱਥੇ ਹੀ ਬਸ ਨਹੀਂ, ਹੋਰ ਵੇਖ ਲਓ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਹਿੰਦੂ ਰਾਜਿਆਂ ਨਾਲ ਭਗਾਨੀ ਦੀ ਜੰਗ ਵਿੱਚ ਪੀਰ ਬੁੱਧੂ ਸ਼ਾਹ ਨੇ ਆਪਣੇ 5 ਪੁੱਤਰ, ਕਈ ਪੋਤਰੇ ਤੇ ਮੁਰੀਦ ਸ਼ਹੀਦ ਕਰਵਾਏ। ਇਹ ਤਾਂ ਹੋ ਨਹੀਂ ਸਕਦਾ ਕਿ ਪੀਰ ਬੁੱਧੂ ਸ਼ਾਹ ਸਿੱਧਾ ਲੜਾਈ ਦੇ ਮੈਦਾਨ ਵਿੱਚ ਉਤਰਿਆ ਅਤੇ ਆਪਣੇ ਫੌਜੀਆਂ ਨੂੰ ਆਖਿਆ ਕਿ ਚਲੋ ਬਈ ਲੜੋ ਲੜਾਈ। ਉਹ ਕੁਝ ਦਿਨ ਪਹਿਲਾਂ ਆਇਆ ਹੋਵੇਗਾ। ਲੜਾਈ ਵਿੱਚ ਤਾਂ ਕਈ ਦਿਨ
ਹਫ਼ਤੇ ਜਾਂ ਮਹੀਨੇ ਲੱਗ ਜਾਂਦੇ ਹਨ। ਉਹ ਆਪ ਆਪਣੇ ਫੌਜੀਆਂ ਸਮੇਤ ਉੱਥੇ ਕਈ ਦਿਨ ਰਿਹਾ ਹੋਵੇਗਾ। ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਨਾਲ ਇਕੱਠਿਆਂ ਖਾਧਾ ਪੀਤਾ ਹੋਵੇਗਾ ਅਤੇ ਉਹ ਲੜਾਈ ਵਿੱਚ ਇਕੱਠੇ ਲੜੇ ਹੋਣਗੇ। ਹੁਣ ਇੱਕ ਪਲ ਲਈ ਸੋਚੀਏ ਕਿ ਅਗਰ ਤੁਹਾਨੂੰ ਕੋਈ ਕਹੇ ਕਿ ਮੈਂ ਤੇਰੇ ਨਾਲ ਰੋਟੀ ਨਹੀਂ ਖਾਣੀ, ਤਾਂ ਕੀ ਤੁਸੀਂ ਉਸ ਦੇ ਲਈ ਆਪਣਾ ਖੂਨ ਬਹਾਓਗੇ? ਆਪਣੇ ਪੁੱਤਰ ਪੋਤਰੇ ਮਰਵਾਓਗੇ? ਇਹ ਕਦੀ ਨਹੀਂ ਹੋ ਸਕਦਾ ਅਤੇ ਇਹ ਕਦਾਚਿਤ ਮੁਮਕਿਨ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾਹ ਦੋ ਜਿਸਮ ਇੱਕ ਰੂਹ ਸਨ। ਤਾਂ ਹੀ ਪੀਰ ਬੁੱਧੂ ਸ਼ਾਹ ਨੇ ਉਸ ਲੜਾਈ ਵਿੱਚ ਆਪਣੀਆਂ ਕੀਮਤੀ ਜਾਨਾਂ ਵਾਰੀਆਂ। ਫਿਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਨੀ ਖਾਂ ਤੇ ਨਵੀ ਖਾਂ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ, ਉਹ ਵੀ ਰਾਹ ਵਿੱਚ ਖਾਂਦੇ ਪੀਂਦੇ ਗਏ ਹੋਣਗੇ ਅਤੇ ਗੁਰੂ ਜੀ ਨੂੰ ਵੀ ਭੋਜਨ ਛਕਾਉਂਦੇ ਗਏ ਹੋਣਗੇ। ਜੇਕਰ ਗੁਰੂ ਜੀ ਉੱਪਰ ਉਹਨਾਂ ਮੁਸਲਮਾਨਾਂ ਦਾ ਸਾਇਆ ਪੈਣ ਦਾ ਡਰ ਸੀ, ਤਾਂ ਉਹ ਗੁਰੂ ਜੀ ਨੂੰ ਇਸ ਤਰ੍ਹਾਂ ਕਿਵੇਂ ਲਿਜਾ ਸਕਦੇ ਸਨ? ਸਾਡੇ ਕੋਲ ਅਜਿਹੀਆਂ ਬੇਸ਼ੁਮਾਰ ਮਿਸਾਲਾਂ ਹਨ ਜਿਨ੍ਹਾਂ ਤੋਂ ਅਸੀਂ ਸੋਚਣ ਲਈ ਮਜਬੂਰ ਹੁੰਦੇ ਹਾਂ ਕਿ ਸਿੱਖਾਂ ਵਿੱਚ ਇਹ ਛੂਤ-ਛਾਤ ਦੀ ਗੱਲ ਕਿਵੇਂ ਅਤੇ ਕਦੋਂ ਆ ਗਈ। ਮੈਂ ਦੇਖਿਆ ਹੈ ਕਿ ਜੇਕਰ ਕੋਈ ਮੁਸਲਮਾਨ ਲੰਘਦਾ ਹੋਵੇ ਤਾਂ ਉਸ ਦਾ ਪਰਛਾਵਾਂ ਵੀ ਆਪਣੇ 'ਤੇ ਨਹੀਂ ਪੈਣ ਦੇਣਾ ਚਾਹੀਦਾ। ਉਸ ਨੂੰ ਉਸ ਪਾਸੇ ਖਿਲਾਰਨਾ ਹੈ ਕਿ ਉਸ ਦਾ ਪਰਛਾਵਾਂ ਵੀ ਤੁਹਾਡੇ 'ਤੇ ਨਾ ਪਵੇ। ਕਈ ਹੋਰ ਵੀਡੀਓਜ਼ ਵਿੱਚ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਕਾਮੇ ਮੁਸਲਮਾਨ ਸਿੱਖਾਂ ਦੇ ਘਰਾਂ ਵਿੱਚ ਕੰਮ ਕਰਦੇ ਸਨ, ਉਹਨਾਂ ਨੂੰ ਇਸ ਤਰ੍ਹਾਂ ਰੱਖਿਆ ਜਾਂਦਾ ਸੀ ਕਿ ਉਹਨਾਂ ਦਾ ਪਰਛਾਵਾਂ ਉਹਨਾਂ 'ਤੇ ਨਾ ਪਵੇ। YouTube 'ਤੇ ਇੱਕ ਮਿਸਾਲ ਮੈਂ ਇਹ ਵੀ ਵੇਖੀ ਹੈ ਕਿ ਮੁਸਲਮਾਨ ਨੇ ਜਿਹੜੇ ਭਾਂਡੇ ਵਿੱਚ ਦੁੱਧ ਪੀਤਾ, ਉਸ ਨੂੰ ਬਾਅਦ ਵਿੱਚ ਭੰਨ ਦਿੱਤਾ ਗਿਆ। ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ। ਇਸ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਸਭ ਕੁਝ ਸਾਹਮਣੇ ਹੋ ਰਿਹਾ ਸੀ ਤਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਉੱਚ ਧਾਰਮਿਕ ਸੰਸਥਾਵਾਂ ਦੇ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਹ ਇਸ ਵਹਿਮ ਭਰਮ ਨੂੰ ਦੂਰ ਕਰਨ ਲਈ ਯੋਗ ਕਾਰਵਾਈ ਕਰਦੇ। ਪਿੱਟੇ ਜਾਣ ਦੀ ਇਹ ਬਿਮਾਰੀ ਮੁੱਕਣ ਦੀ ਥਾਂ ਕਈ ਥਾਈਂ ਅਜੇ ਵੀ ਉਸੇ ਤਰ੍ਹਾਂ ਹੀ ਹੈ। ਪਰ ਹੁਣ ਇਸ ਨੂੰ ਲੋਕਾਂ ਨੇ ਖੁਦ ਹੀ ਆਪਣੀਆਂ ਕੋਸ਼ਿਸ਼ਾਂ ਨਾਲ ਕਾਫੀ ਹੱਦ ਤੀਕ ਮੁਕਾ ਛੱਡਿਆ ਹੈ ਅਤੇ ਵਕਤ ਤੇ ਟੈਕਨੋਲੋਜੀ ਨੇ ਵੀ ਉਹਨਾਂ ਦਾ ਕਾਫੀ ਸਾਥ ਦਿੱਤਾ ਹੈ। ਵਕਤ ਗੁਜ਼ਰਨ ਨਾਲ ਕੁਝ ਇਹ ਸਾਡੀ ਮਜਬੂਰੀ ਵੀ ਬਣ ਗਈ ਹੈ ਕਿ ਅਸੀਂ ਇਹਨਾਂ ਬੁਰਾਈਆਂ ਨੂੰ ਦੂਰ ਕਰੀਏ। ਫਿਰ ਵੀ ਬਹੁਤ ਕੁਝ ਅਜੇ ਵੀ ਚੱਲ ਰਿਹਾ ਹੈ। ਮੈਂ ਇਹ ਜਾਣਕਾਰ ਹਿੰਦੂ ਵੀਰਾਂ ਤੇ ਇੱਕ ਸਿੱਖ ਵੀਰ ਕੋਲੋਂ ਵੀ ਸੁਣਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਬਾਜੂ ਨੂੰ ਤੇਲ ਲਾ ਕੇ
ਤਿਲਾਂ ਦੀ ਬੋਰੀ ਵਿੱਚ ਪਾ ਦਿਓ ਤੇ ਇੱਕ ਮੁੱਠ ਤਿਲਾਂ ਦੀ ਭਰ ਕੇ ਕੱਢ ਲਓ। ਜਿੰਨੇ ਤਿਲ ਤੁਹਾਡੀ ਮੁੱਠੀ ਵਿੱਚ ਹੋਣ ਅਤੇ ਜਿੰਨੇ ਤੁਹਾਡੇ ਬਾਜੂ ਨੂੰ ਲੱਗੇ ਹੋਣਗੇ, ਓਨੀਆਂ ਕਸਮਾਂ ਵੀ ਜੇਕਰ ਕੋਈ ਮੁਸਲਮਾਨ ਖਾਵੇ ਤਾਂ ਵੀ ਉਸ ਉੱਤੇ ਯਕੀਨ ਨਾ ਕਰੋ। ਹੁਣ ਜਦੋਂ ਮੈਂ ਇਸ ਕਥਨ ਦੀ ਪੜਚੋਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਕਿਸੇ ਢਾਡੀ ਸਿੰਘ ਵੱਲੋਂ ਫੈਲਾਈ ਗਈ ਹੈ। ਇਸ ਗੱਲ ਬਾਰੇ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਢਾਡੀ ਆਖਦੇ ਹਨ ਕਿ ਇਹ ਗੱਲ 52 ਵਚਨਾਂ ਵਿੱਚ ਲਿਖੀ ਗਈ ਹੈ। ਜਦੋਂ ਇਹ 52 ਵਚਨ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਉੱਥੇ ਲਿਖਿਆ ਹੈ ਕਿ ਜਿਹੜਾ ਬੰਦਾ ਬਹੁਤੀਆਂ ਕਸਮਾਂ ਖਾਵੇ ਉਸ ਉੱਤੇ ਐਤਬਾਰ ਨਹੀਂ ਕਰਨਾ ਚਾਹੀਦਾ, ਪਰ ਇਸ ਗੱਲ ਨੂੰ ਧੱਕੇ ਨਾਲ ਹੀ ਮੁਸਲਮਾਨਾਂ ਦੇ ਨਾਲ ਜੋੜ ਦਿੱਤਾ ਗਿਆ ਹੈ ਅਤੇ ਇਸ ਨੂੰ ਖੂਬ ਉਛਾਲਿਆ ਗਿਆ ਹੈ। ਸਿੱਖਾਂ ਦੇ ਮਨਾਂ 'ਚ ਇਹ ਗੱਲ ਪਾ ਦਿੱਤੀ ਗਈ ਹੈ ਅਤੇ ਇਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ। ਇਸੇ ਤਰ੍ਹਾਂ ਪਰਛਾਵੇਂ ਵਾਲੀ ਗੱਲ ਵੀ ਬਗੈਰ ਕਿਸੇ ਖੋਜ ਤੋਂ ਅੱਗੇ ਵੱਧਦੀ ਗਈ ਹੈ। ਧਾਰਮਿਕ ਆਗੂਆਂ ਨੇ ਇਸ ਬਾਰੇ ਕਦੇ ਵੀ ਗੰਭੀਰਤਾ ਨਾਲ ਨਹੀਂ ਸੋਚਿਆ ਅਤੇ ਨਾ ਇਸ ਨੂੰ ਰੋਕਿਆ ਗਿਆ ਹੈ। ਇਹ ਵੀ ਗੱਲ ਸੋਚਣ ਵਾਲੀ ਹੈ ਕਿ 1947 ਤੋਂ ਪਹਿਲਾਂ ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਬਹੁਤੀ ਸੀ ਅਤੇ ਲਹਿੰਦੇ ਪੰਜਾਬ ਵਿੱਚ ਤਾਂ ਇਹ 75% ਦੇ ਕਰੀਬ ਸੀ। ਇੱਕ ਹੋਰ ਗੱਲ ਇਹ ਵੀ ਕਿ ਜਿਹੜੇ ਇੱਥੇ ਜੱਟਾਂ ਤੇ ਰਾਜਪੂਤਾਂ ਦੇ ਟੱਬਰ ਨੇ ਜਾਂ ਬਾਕੀ ਵੀ ਨੇ, ਉਹ ਵੀ 50% ਤੋਂ ਵੱਧ ਮੁਸਲਮਾਨ ਸਨ। ਰਾਜਪੂਤ 60-70% ਤੋਂ ਵਧੇਰੇ ਮੁਸਲਮਾਨ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਸਾਰਿਆਂ ਪਿੰਡਾਂ ਵਿੱਚ ਇੱਕ ਹੀ ਟੱਬਰ ਵਸਦਾ ਹੋਵੇ? ਸਗੋਂ ਇਹ ਤਾਂ ਰਲਵੇਂ ਮਿਲਵੇਂ ਸਨ ਅਤੇ 1947 ਤੋਂ ਪਹਿਲਾਂ ਇੰਜ ਹੀ ਸੀ। ਕਈ ਬਾਜਵਿਆਂ ਦੇ ਪਿੰਡ ਸਨ, ਜਿਸ ਵਿੱਚ ਅੱਧੇ ਬਾਜਵੇ ਮੁਸਲਮਾਨ ਸਨ ਅਤੇ ਅੱਧੇ ਸਿੱਖ ਸਨ। ਜੱਟਾਂ ਦੀਆਂ ਜਿੰਨੀਆਂ ਵੀ ਗੋਤਾਂ ਨੇ, ਸਾਰਿਆਂ ਵਿੱਚ ਲਗਭਗ ਇੰਜ ਹੀ ਸੀ। ਫਿਰ ਇਹ ਕਿੰਜ ਹੋ ਸਕਦਾ ਹੈ ਕਿ ਬੰਦਾ ਜਦੋਂ ਪਹਿਲਾਂ ਸਿੱਖ ਸੀ ਤਾਂ ਉਹ ਬਿਲਕੁਲ ਪਾਕ ਸੀ ਤੇ ਜਦੋਂ ਉਹ ਮੁਸਲਮਾਨ ਹੋ ਗਿਆ ਤਾਂ ਉਹ ਭ੍ਰਸ਼ਟ ਹੋ ਗਿਆ? ਉਸਨੇ ਆਪਣਾ ਧਰਮ ਬਦਲ ਲਿਆ, ਨਾ ਕਿ ਉਸਦਾ ਖੂਨ ਬਦਲਿਆ ਗਿਆ। ਅਗਰ ਉਸਦਾ ਖੂਨ ਨਹੀਂ ਬਦਲਿਆ ਤਾਂ ਉਹ ਭ੍ਰਸ਼ਟ ਕਿਵੇਂ ਹੋ ਗਿਆ? ਇਹ ਕੀ ਹੋਇਆ ਕਿ ਜਿਹੜਾ ਮੁਸਲਮਾਨ ਹੋ ਗਿਆ ਉਹ ਨਾਪਾਕ ਹੋ ਗਿਆ ਕਿਉਂਕਿ ਉਸਨੇ ਦੂਸਰਾ ਧਰਮ ਅਪਣਾ ਲਿਆ। ਜੇਕਰ ਧਰਮਾਂ ਦੀ ਤਾਰੀਖ ਵੇਖੀ ਜਾਏ ਤਾਂ ਸਿੱਖ ਧਰਮ ਤਾਂ ਅਜੇ ਕੱਲ੍ਹ ਦੀ ਗੱਲ ਹੈ। ਭਾਰਤ ਵਿੱਚ ਜਿਹੜੇ ਮੁਸਲਮਾਨ ਹਨ ਉਹ 1000 ਸਾਲ ਤੋਂ ਨਹੀਂ ਬਲਕਿ 711 ਈਸਵੀ ਜਾਂ ਇਸ ਤੋਂ ਪਹਿਲਾਂ ਮੁਸਲਮਾਨ ਹੋਣੇ ਸ਼ੁਰੂ ਹੋਏ ਹਨ। ਇਹ ਧਰਮ ਵੀ ਇੱਥੇ ਬਾਅਦ ਵਿੱਚ ਆਇਆ। ਹਿੰਦੂ ਧਰਮ ਕਿੰਨਾ ਪੁਰਾਣਾ ਹੈ, ਇਸ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲਦੀ। ਫਿਰ ਇਸ ਤੋਂ ਬਾਅਦ ਬੁੱਧ ਤੇ ਜੈਨ ਧਰਮ ਵੀ ਆਏ।
ਇਸ ਤਰ੍ਹਾਂ ਦੁਨੀਆ ਵਿੱਚ ਧਰਮ ਤਾਂ ਬਦਲਦੇ ਹੀ ਰਹਿੰਦੇ ਹਨ। ਇਨਸਾਨ ਨਹੀਂ ਬਦਲਦੇ ਤੇ ਨਾ ਹੀ ਉਹਨਾਂ ਦਾ ਖੂਨ ਬਦਲਦਾ ਹੈ। ਇਹ ਤਾਂ ਉਹੀ ਰਹਿੰਦਾ ਹੈ। ਇਹ ਕਿੰਨੀ ਅਜੀਬ ਗੱਲ ਹੈ ਕਿ ਬੰਦਾ ਅਗਰ ਆਪਣਾ ਧਰਮ ਬਦਲ ਲੈਂਦਾ ਹੈ ਤਾਂ ਉਹ ਭ੍ਰਸ਼ਟ ਹੋ ਜਾਂਦਾ ਹੈ, ਅਤੇ ਇਹ ਸਿਰਫ ਇਸ ਸਾਡੇ ਖਿੱਤੇ ਵਿੱਚ ਹੀ ਹੁੰਦਾ ਹੈ। ਪੂਰੀ ਦੁਨੀਆ ਵਿੱਚ ਕਿਸੇ ਪਾਸੇ ਕੋਈ ਕਿਸੇ ਦੂਜੇ ਧਰਮ ਦਾ ਬੰਦਾ ਹੋਣ 'ਤੇ ਉਸਨੂੰ ਇਹ ਨਹੀਂ ਕਹਿਣ ਦਿੰਦੇ ਕਿ ਤੂੰ ਮੈਨੂੰ ਹੱਥ ਨਹੀਂ ਲਾ ਸਕਦਾ, ਤੂੰ ਸਾਡੀ ਰਸੋਈ ਵਿੱਚ ਨਹੀਂ ਆ ਸਕਦਾ, ਮੈਂ ਤੇਰੇ ਨਾਲ ਰੋਟੀ ਨਹੀਂ ਖਾਣੀ, ਜਾਂ ਤੈਨੂੰ ਮੁਹੱਲੇ ਵਿੱਚ ਕਿਰਾਏ 'ਤੇ ਮਕਾਨ ਨਹੀਂ ਲੈਣ ਦੇਣਾ ਅਤੇ ਤੈਨੂੰ ਦੂਰ ਰੱਖਣਾ ਹੈ। ਮੇਰਾ ਖਿਆਲ ਹੈ ਕਿ ਜਿੰਨਾ ਚਿਰ ਇਸ ਛੂਤ-ਛਾਤ ਨੂੰ ਖਤਮ ਨਹੀਂ ਕੀਤਾ ਜਾਂਦਾ, ਦੁਨੀਆ ਦੇ ਇਸ ਖਿੱਤੇ ਵਿੱਚ ਅਮਨ ਚੈਨ ਨਹੀਂ ਹੋ ਸਕਦਾ। ਦੋਵਾਂ ਦੇਸ਼ਾਂ ਨੇ ਅੱਗੇ ਵੀ ਕਈ ਜੰਗਾਂ ਲੜੀਆਂ ਹਨ, ਪਰ ਉਹਨਾਂ ਦਾ ਇਹਨਾਂ ਨੂੰ ਕੀ ਫਾਇਦਾ ਹੋਇਆ ਹੈ? ਸਗੋਂ ਆਪਸੀ ਨਫ਼ਰਤ ਹੀ ਵਧੀ ਹੈ। ਜਿੰਨਾ ਚਿਰ ਅਸੀਂ ਇੱਕ ਦੂਜੇ ਨੂੰ ਬਰਾਬਰ ਨਹੀਂ ਸਮਝਦੇ, ਓਨਾ ਚਿਰ ਇਹ ਨਫ਼ਰਤ ਖਤਮ ਨਹੀਂ ਹੋ ਸਕਦੀ। ਦੂਸਰੀ ਗੱਲ ਇਹ ਵੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਸ ਖਿੱਤੇ ਦਾ ਮੁਸਲਮਾਨ ਪਲੀਤ ਹੈ ਅਤੇ ਤੁਸੀਂ ਉਹਨਾਂ ਨਾਲ ਨਫ਼ਰਤ ਕਰਦੇ ਹੋ, ਪਰ ਬਾਹਰ ਦੇ ਮੁਲਕ ਯਾਨੀ ਮੱਧ ਪੂਰਬ ਵਿੱਚ ਜਾ ਕੇ ਤੁਸੀਂ ਉਹਨਾਂ ਦੀਆਂ ਨੌਕਰੀਆਂ ਵੀ ਕਰਦੇ ਹੋ, ਉਹਨਾਂ ਕੋਲ ਪੈਸੇ ਕਮਾਉਂਦੇ ਹੋ। ਕੀ ਉਹ ਪਲੀਤ ਨਹੀਂ? ਯੂਰਪ ਦੇ ਦੇਸ਼ਾਂ ਵਿੱਚ ਜਾਂਦੇ ਹੋ, ਉੱਥੇ ਕਈ ਮੁਸਲਮਾਨ ਅਦਾਰਿਆਂ ਵਿੱਚ ਨੌਕਰੀਆਂ ਕਰਦੇ ਹੋ। ਸ਼ੁਰੂ 'ਚ ਇਹ ਖਿਆਲ ਕੀਤਾ ਜਾਂਦਾ ਸੀ ਕਿ ਸਮੁੰਦਰੋਂ ਪਾਰ ਜਾਣਾ ਹੀ ਨਹੀਂ ਚਾਹੀਦਾ। ਹੁਣ ਅਰਬ ਦੇਸ਼ਾਂ ਜਾਂ ਯੂਰਪ ਵਿੱਚ ਬੈਠਾ ਉਹ ਮੁਸਲਮਾਨ ਤੁਹਾਡੇ ਲਈ ਦੇਵਤਾ ਹੈ, ਅਤੇ ਜਿਹੜਾ ਤੁਹਾਡੇ ਆਪਣੇ ਸੂਬੇ ਵਿੱਚ ਜਾਂ ਗਵਾਂਢ ਬੈਠਾ ਏ ਉਹ ਪਲੀਤ ਅਤੇ ਭ੍ਰਸ਼ਟ ਏ। ਬਾਹਰ ਬੈਠਾ ਮੁਸਲਮਾਨ ਕੋਈ ਸੋਨੇ ਦਾ ਨਹੀਂ ਬਣਿਆ ਹੋਇਆ ਕਿ ਉਹ ਚੰਗਾ ਏ, ਕਿਉਂਕਿ ਉਸ ਕੋਲੋਂ ਪੈਸੇ ਮਿਲਦੇ ਹਨ, ਤੇ ਇੱਥੇ ਜਿਹੜਾ ਤੁਹਾਡੇ ਨਾਲ ਜਾਂ ਗੁਆਂਢ ਵਿੱਚ ਰਹਿੰਦਾ ਏ ਉਹ ਮਾੜਾ ਹੈ ਅਤੇ ਉਸ ਨਾਲ ਸ਼ਰੀਕਾ ਲਾਇਆ ਹੋਇਆ ਏ। ਤੁਸੀਂ ਆਖਦੇ ਹੋ ਕਿ ਇਹ ਸਾਡੇ ਕੋਲ ਨਹੀਂ ਰਹਿਣਾ ਚਾਹੀਦਾ ਅਤੇ ਉਸ ਨਾਲ ਨਫ਼ਰਤ ਕਰਦੇ ਹੋ, ਪਰ ਉੱਥੇ ਕੋਈ ਨਹੀਂ ਕਰਦਾ। ਜੇ ਇੱਥੋਂ ਵਾਲਾ ਭ੍ਰਸ਼ਟ ਹੈ ਤਾਂ ਫਿਰ ਉੱਥੋਂ ਵਾਲਾ ਵੀ ਭ੍ਰਸ਼ਟ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅਤੇ ਇਹ ਸਮੇਂ ਦੀ ਜ਼ਰੂਰਤ ਵੀ ਹੈ। ਤਾਂ ਹੀ ਅਸੀਂ ਆਪਣੇ ਦਿਲਾਂ 'ਚੋਂ ਨਫ਼ਰਤ ਦੇ ਬੀਜ ਖਤਮ ਕਰ ਸਕਦੇ ਹਾਂ ਅਤੇ ਦੁਨੀਆ ਦੇ ਇਸ ਖਿੱਤੇ 'ਚੋਂ ਖੁਸ਼ਹਾਲੀ ਲਿਆ ਸਕਦੇ ਹਾਂ।